ਚੰਦ ਮੁਸਲਮਾਨ ਮਮਾਲਿਕ ਇੰਨਾ ਅੱਲਾ ਕੋਲੋਂ ਨਹੀਂ ਡਰ ਰਹੇ ਜਿੰਨਾ ਉਹ ਟਰੰਪ ਦੇ ਕੋਲੋਂ ਡਰ ਰਹੇ ਨੇ। ਉਹ ਟਰੰਪ ਜਿਹੜਾ ਜ਼ਿਹਨੀ ਤਵਾਜ਼ਨ ਖੋ ਚੁੱਕਿਆ ਹੈ, ਜਿਹੜਾ ਪਾਗਲ ਹੋਣ ਦੇ ਬਿਲਕੁਲ ਕਰੀਬ ਹੈ, ਇੱਕ ਜੋਕਰ ਹੈ ਔਰ ਇੱਕ ਸਾਈਕੋ ਦੀ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਹੈ। ਕੱਲ ਰਾਤ ਤਕਰੀਬਨ 9 ਵਜੇ ਤੋਂ ਲੈ ਕੇ ਸਵੇਰ 4 ਵਜੇ ਤੱਕ ਉਹ ਸੋਸ਼ਲ ਮੀਡੀਆ ਤੇ ਕਦੀ ਆਪਣੇ ਆਪ ਨੂੰ ਮਸੀਹਾ ਡਿਕਲੇਅਰ ਕਰਦਾ ਹੈ, ਕਦੀ ਕਹਿੰਦਾ ਮੈਂ ਕ੍ਰਾਈਸਟ ਦਾ ਯਾਨੀ ਕਿ ਖੁਦਾ ਆ, ਕਦੀ ਆਪਣੇ ਆਪ ਨੂੰ ਮਸੀਹਾ ਕਹਿੰਦਾ, ਕਦੀ ਕਹਿੰਦਾ ਕਿ ਓਬਾਮਾ ਨੇ ਜਿਹੜੇ 2015 ਦੇ ਵਿੱਚ ਈਰਾਨ ਦੇ ਨਾਲ ਜੋਹਰੀ ਅਦਮੀ ਫੈਲਾਓ ਦਾ ਮੁਆਹਦਾ ਕੀਤਾ ਸੀ ਉਹ ਗਲਤ ਕੀਤਾ ਸੀ, ਕਿਉਂਕਿ ਉਹ ਸੀਕ੍ਰੇਟ ਤੌਰ ਤੇ ਖੁਫੀਆ ਤੌਰ ਤੇ ਉਹ ਛੋਟਾ ਜਿਹਾ ਮੁਸਲਮਾਨ ਸੀ। ਔਰ ਫਿਰ ਕਦੀ ਪਾਪ ਦੇ ਖਿਲਾਫ ਗੱਲਾਂ ਕਰ ਰਿਹਾ, ਕਦੀ ਕਹਿੰਦਾ ਕਿ ਫਰਾਂਸ ਦਾ ਮਾਕਰੋਨ ਜਿਹੜਾ ਉਹ ਬੰਦਾ ਸਹੀ ਨਹੀਂ, ਉਹ ਆਪਣੀ ਬੀਵੀ ਕੋਲੋਂ ਡਰਦਾ। ਔਰ ਫਿਰ ਮਾਕਰੋਨ ਨੇ ਵੀ ਕਰਕੇ ਦਿਖਾਇਆ ਕਿ ਕਿੰਨੇ ਅਰਬ ਦਾ ਸੋਨਾ ਜਿਹੜਾ ਹਜ਼ਾਰਾਂ ਟਨਾਂ ਦੇ ਹਿਸਾਬ ਦੇ ਨਾਲ ਅਮਰੀਕਾ 'ਚ ਪਿਆ ਸੀ, ਉਹਨੇ ਸਾਰਾ ਉਹਦੇ ਖਜ਼ਾਨਿਆਂ 'ਚ ਉੱਥੋਂ ਟ੍ਰੇਜ਼ਰ 'ਚੋਂ ਕੱਢ ਕੇ ਉਹਨੇ ਅਰਬਾਂ ਦੇ ਪ੍ਰੋਫਿਟ ਦੇ ਹਿਸਾਬ ਨਾਲ ਵੇਚ ਕੇ ਉਹ ਸਾਰਾ ਪੈਸਾ ਆਪਣੇ ਮੁਲਕ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ। ਟਰੰਪ ਦੀ ਹਾਲਤ ਜਿਹੜੀ ਉਹ ਬੜੀ ਨਾਜ਼ੁਕ ਹੈ। ਅਮਰੀਕਨ ਇਸ ਵਕਤ ਆਪਣੇ ਆਪ ਨੂੰ ਬੜਾ ਗਰੀਬ ਫੀਲ ਕਰ ਰਹੇ ਨੇ ਔਰ ਬਹੁਤ ਕਮਜ਼ੋਰ ਫੀਲ ਕਰ ਰਹੇ ਨੇ। ਉਹ ਸਿਰਫ ਟਰੰਪ ਦੀ ਗਲਤ ਪਾਲਿਸੀਆਂ ਦੀ ਵਜ੍ਹਾ ਨਾਲ, ਜੰਗੀ ਪਾਲਿਸੀਆਂ ਦੀ ਔਰ ਬੇਵਕੂਫਾਨਾ ਪਾਲਿਸੀਆਂ ਦੀ ਵਜ੍ਹਾ ਨਾਲ ਅੱਜ ਤੱਕ ਅਮਰੀਕਾ ਤੇ ਇਹ ਟਾਈਮ ਕਦੀ ਵੀ ਨਹੀਂ ਆਇਆ ਕਿ ਜਿਹੜੇ ਲੋਕ ਆਪਣੇ ਆਪ ਨੂੰ ਅਸ਼ੇਮਡ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜੋ ਕੁਝ ਹੋ ਰਿਹਾ ਇਹਦੇ ਨਾਲ ਸਾਡੀ ਆਵਾਮ ਦੇ ਬਾਰੇ ਚ ਅਮਰੀਕਨ ਖੁਦ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਸਾਰੀ ਮੁਸਲਿਮ ਦੁਨੀਆ ਦੇ ਵਿੱਚ, ਬਲਕਿ ਬਾਕੀ ਸਾਰੇ ਮਮਾਲਿਕ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਸਾਡੇ ਬਾਰੇ ਨਫ਼ਰਤ ਜਿਹੜੀ ਉਹ ਜ਼ਿਆਦਾ ਫੈਲ ਰਹੀ ਹੈ। ਉਹਦੀ ਵਜ੍ਹਾ ਸਿਰਫ ਟਰੰਪ ਹੈ। ਇੱਥੇ ਮੈਂ ਇੱਕ ਗੱਲ ਦੱਸਦਾ ਜਾਵਾਂ ਕਿ ਅਮਰੀਕਾ ਦਾ ਦੁਸ਼ਮਣ ਮੁਸਲਿਮ ਕੰਟਰੀ ਨਹੀਂ ਹਨ। ਅਮਰੀਕਾ ਦਾ ਦੁਸ਼ਮਣ ਈਰਾਨ ਨਹੀਂ ਹੈ, ਇਰਾਕ ਨਹੀਂ ਹੈ, ਪਾਕਿਸਤਾਨ ਔਰ ਦੀਗਰ ਮਮਾਲਿਕ ਨਹੀਂ ਹਨ, ਬਲਕਿ ਅਮਰੀਕਾ ਦਾ ਸਾਰਿਆਂ ਨਾਲੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਇਸਰਾਈਲ ਹੈ। ਤੁਸੀਂ ਦੇਖੋ ਕਿ ਇਰਾਕ ਦੇ ਵਿੱਚ ਜਿਹੜੀ ਜੰਗ ਲੜੀ ਗਈ ਅਮਰੀਕਾ ਨੇ, ਉਹ ਕਿਹਦੀ ਜੰਗ ਸੀ? ਅਮਰੀਕਾ ਦੀ ਜੰਗ ਨਹੀਂ ਸੀ, ਬਲਕਿ ਇਸਰਾਈਲ ਨੇ ਉਦੋਂ ਕਾਂਗਰਸ ਦੇ ਵਿੱਚ ਆ ਕੇ ਵਾਹ ਵੇਲਾ ਫੈਲਾ ਕੇ ਮੁਨਜ਼ਮ ਤਰੀਕੇ ਦੇ ਨਾਲ ਇੱਕ ਤਹਿਰੀਕ ਚਲਾਈ ਔਰ ਬਦਨਾਮ ਕਰਕੇ ਅਮਰੀਕਾ ਨੂੰ ਇਨਵੋਲਵ ਕਰਕੇ ਇਰਾਕ ਦੇ ਨਾਲ ਜੰਗ ਲੜਾਈ। ਹੁਣ ਵੀ ਸੇਮ ਅਮਰੀਕਾ ਜਿਹੜੀ ਜੰਗ ਲੜ ਰਿਹਾ ਈਰਾਨ ਦੇ ਨਾਲ, ਅਮਰੀਕਾ ਆਪਣੀ ਜੰਗ ਨਹੀਂ ਲੜ ਰਿਹਾ, ਅਮਰੀਕਾ ਜਿਹੜੀ ਉਹ ਇਸਰਾਈਲ ਦੀ ਜੰਗ ਲੜ ਰਿਹਾ। ਔਰ ਇਸਰਾਈਲ ਬੜੀ ਹੇਰਾਫੇਰੀ ਦੇ ਨਾਲ ਔਰ ਬੜੇ ਮੁਨਜ਼ਮ ਤਰੀਕੇ ਦੇ ਨਾਲ ਉਹ ਇਹਨੂੰ ਅਮਰੀਕਾ ਨੂੰ ਇਸ ਚੀਜ਼ 'ਚ ਫਸਾ ਲੈਂਦਾ ਔਰ ਅਮਰੀਕਾ ਨੂੰ ਪਤਾ ਨਹੀਂ ਚੱਲਦਾ। ਹਾਲਾਂਕਿ ਅਮਰੀਕਾ ਦੀ ਜਿਹੜੀ ਇਕਨੋਮੀ ਹੈ ਉਹ ਇਸ ਵਕਤ ਬੜੇ ਕਮ ਸਤਹ ਦੇ ਉੱਤੇ ਵੇ ਔਰ ਇਸਰਾਈਲ ਦੀ ਅਗਰ ਇਕਨੋਮੀ ਦੇਖੋ ਤੇ ਉਹ ਇਸ ਟਾਈਮ ਬੂਮ ਕਰ ਰਹੀ ਔਰ ਬਿਹਤਰੀਨ ਇਕਨੋਮੀ ਉਹਨਾਂ ਦੀ। ਬਾਕੀ ਈਰਾਨ ਨੇ ਜੋ ਕਰ ਦਿਖਾਇਆ ਇਹ ਤਾਰੀਖ ਯਾਦ ਰੱਖੇਗੀ। ਈਰਾਨ ਤੇ ਹਰ ਤਰਫੋਂ ਪਾਬੰਦੀਆਂ ਸੀ, ਬੈਂਕ ਪੈਸਾ ਜਿਹੜਾ ਉਹਨਾਂ ਦਾ ਸਾਰਾ ਜ਼ਬਤ ਕਰ ਲਿਆ ਗਿਆ ਸੀ, ਤਜਾਰਤ ਉਹ ਨਹੀਂ ਸੀ ਕਰ ਸਕਦੇ, ਇੰਪੋਰਟ ਐਕਸਪੋਰਟ ਦਾ ਬਿਜ਼ਨਸ ਆਇਲ ਉਹ ਨਹੀਂ ਸੀ ਵੇਚ ਸਕਦੇ, ਕਿਸੇ ਮੁਲਕ ਦੇ ਨਾਲ ਉਹਨਾਂ ਦੀ ਸਫਾਰਤੀ ਤਲਕਾਤ ਉਹਨਾਂ ਦੇ ਨਹੀਂ ਸਨ, ਉਹਨਾਂ ਦੇ ਪੈਰ ਹਰ ਪਾਸਿਓਂ ਬੰਨੇ ਸਨ ਔਰ ਉਹਨਾਂ ਨੂੰ ਇਤਨਾ ਕਿ ਕਮਜ਼ੋਰ ਕਰ ਦਿੱਤਾ ਗਿਆ ਸੀ। ਇਹਦੇ ਬਾਵਜੂਦ ਉਹਨਾਂ ਨੇ ਦੁਨੀਆ ਦੀ ਸੁਪਰ ਪਾਵਰ ਨੂੰ, ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਤਾਕਤ ਨੂੰ ਟੱਕਰ ਲਈ ਹੈ। ਸੁਣੀ ਦਾ ਸੀ ਕਿ ਜਿਗਰੇ ਦਾ ਦਿਲ ਔਰ ਜਿਗਰਾ ਔਰ ਗੁਰਦਾ ਵੱਡਾ ਹੋਣਾ ਚਾਹੀਦਾ। ਈਰਾਨ ਨੇ ਸਾਬਤ ਕਰ ਦਿੱਤਾ ਹੈ ਕਿ ਦਿਲ ਵਾਲੇ ਵੀ ਨੇ, ਜਿਗਰੇ ਵਾਲੇ ਵੀ ਨੇ ਔਰ ਗੁਰਦੇ ਵਾਲੇ ਵੀ ਨੇ। ਹਕੀਕਤ ਗੱਲ ਹੈ, ਇਹਨੂੰ ਕਹਿੰਦੇ ਨੇ ਦਲੇਰੀ। ਕਿ ਇੰਨੇ ਕਮ ਸੋਰਸਸ ਹੋਣ ਦੇ ਬਾਵਜੂਦ, ਬਲਕਿ ਕੁਝ ਵੀ ਨਾ ਹੋਣੇ ਦੇ ਬਾਵਜੂਦ, ਈਰਾਨ ਨੇ ਦੱਸ ਦਿੱਤਾ ਹੈ ਕਿ ਜਦੋਂ ਬੰਦਾ ਹੌਸਲਾ ਕਰ ਲੈਂਦਾ, ਹਿੰਮਤ ਕਰ ਲੈਂਦਾ, ਨਿਡਰ ਹੋ ਜਾਂਦਾ, ਫਿਰ ਉਹ ਵੱਡੇ ਤੋਂ ਵੱਡੇ ਮੁਲਕ ਨੂੰ ਵੀ ਫਤਹ ਕਰ ਲੈਂਦਾ। ਇਹਦੇ ਨਾਲ ਹੀ ਆਪਣਾ ਤੇ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਸੋਹਣੇ ਦੇ ਹਵਾਲੇ।